कई बार बड़े कॉमनली सुनने को मिलता है कि दंद सड़ गए, कीड़ा लग गया। दंदां नूं कीड़ा लग गया। बेसिकली ये कोई रेंगन वाला कीड़ा नहीं है, बेसिकली बैक्टीरिया ने। ठंडा सर्दी जी है, गर्म सर्दी जी सेंसिटिविटी है, इसका की वजह? जिद्दां कैविटी बनेगी, खोड़ पेगी, डीप जाओगे, जो कुछ पीओगे सीधा जाके नर्व के कोल पहुंचदा, ਉਹਦੇ ਨਾਲ ठंडा गरम लगदा। कई बार तुसीं अपने घर दे टोटके करन लगदे हो, वो इमीडिएटली तो थोड़े दब जाणगे, होर हो सकदा कुछ टाइम के बाद जाके फिर वो बिल्कुल ही खराब होकर निकलणगे। जे मैं इन्ना हिस्सा क्लीन कर लाँगा और ये हिस्सा नहीं क्लीन करांगा तो रोज़ रोज़ उत्थे एक परत जमदी जाएगी, वो इन्फेक्शन क्रिएट करेगी, गम्स सुजणगे, ब्लीड करनगे। चूइंग सरफेस खाण वाली कर ली, ਜਿਹੜੇ ਦੋ ਦੰਦਾਂ ਦੇ ਵਿੱਚ ਸਰਫੇਸ ਉਹ ਤਾਂ ਕਦੀ ਆਪਾਂ ਜ਼ਿੰਦਗੀ 'ਚ ਕਲੀਨ ਹੀ ਨਹੀਂ ਕਰਦੇ। ਬਿੰਗਾ ਟੇਢਾ ਦੰਦ ਵੀ ਹੁੰਦਾ ਸੀਗਾ, ਉਹ ਵੀ ਕਈ ਵਾਰ ਫੇਸ ਤੇ ਬੜਾ ਅੱਛਾ ਲੱਗਦਾ ਸੀਗਾ, ਬਟ ਅੱਜ ਕੱਲ੍ਹ ਦੇ ਟਾਈਮ 'ਚ ਸਿਰਫ ਜਿਹੜੀ ਇਹ ਜਨਰੇਸ਼ਨ ਹੈ ਪਰਫੈਕਸ਼ਨ ਚਾਹੁੰਦੀ ਹੈ। Tooth whitening is a good thing, but it is a temporary solution. Technique popular हुई है, वो हैगी implants. Okay. जिन्हों आम patient screw कहता है। मैं ये कहना कि रब ने अपन 2 सेट दंद दे दिते हैं, बट अगर एक डेंटिस्ट थानू एक 3rd सेट ऑफ टीथ भी दे सकता है, जिहड़ा थोड़ा लाइफ लॉन्ग थोड़ा साथ दे सकता है। Behind every smile there's teeth. As your smile is precious, so are your teeth. ਸਤਿ ਸ਼੍ਰੀ ਅਕਾਲ, ਦਾ ਸਮਾਂ ਨਿਊਜ਼ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤਮੰਨਾ ਬੇਦੀ। ਜਿੱਦਾਂ ਕਿ ਤੁਸੀਂ ਸਭ ਜਾਣਦੇ ਹੋ, ਸਾਡੇ ਇਸ ਪ੍ਰੋਗਰਾਮ ਸਿਹਤ ਸਲਾਹ ਦੇ ਵਿੱਚ ਅਸੀਂ ਗੱਲਬਾਤ ਕਰਦੇ ਹਾਂ ਹੈਲਥ ਰਿਲੇਟਡ ਪ੍ਰੋਗਰਾਮਸ ਦੇ ਬਾਰੇ ਤੇ ਐਕਸਪਰਟਸ ਦੀ ਰਾਏ ਤੁਹਾਡੇ ਤੱਕ ਪਹੁੰਚਾਉਂਦੇ ਹਾਂ। ਅੱਜ ਅਸੀਂ ਗੱਲ ਕਰਨ ਵਾਲੇ ਹਾਂ ਡੈਂਟਲ ਹੈਲਥ ਦੇ ਬਾਰੇ, ਕਿਉਂਕਿ ਬੇहद ਜ਼ਰੂਰੀ ਹੈ ਇੱਕ ਸਾਊਂਡ ਡੈਂਟਲ ਹੈਲਥ ਮੇਨਟੇਨ ਕਰਨਾ। ਸੋ ਇਸ ਦੇ ਬਾਰੇ ਡਿਟੇਲ ਵਿੱਚ ਗੱਲਬਾਤ ਕਰਾਂਗੇ। ਸਾਡੇ ਨਾਲ ਅੱਜ ਦੇ ਇਸ ਐਪੀਸੋਡ ਦੇ ਵਿੱਚ ਮੌਜੂਦ ਨੇ ਡਾਕਟਰ ਵਿਵੇਕ ਸੱਗਰ, ਹੂ ਇਜ਼ ਇੰਟਰਨੈਸ਼ਨਲੀ ਅ ਰਿਨਾਊਂਡ ਡੈਂਟਿਸਟ। ਸਰ ਬਹੁਤ ਸਵਾਗਤ ਹੈ ਤੁਹਾਡਾ। ਥੈਂਕ ਯੂ ਜੀ। ਸਾਰੇ ਦੇਖਣ ਵਾਲਿਆਂ ਲਈ ਸਤਿ ਸ਼੍ਰੀ ਅਕਾਲ, ਨਮਸਕਾਰ। ਤੁਸੀਂ ਮੈਨੂੰ ਮੌਕਾ ਦਿੱਤਾ ਲੋਕਾਂ ਨਾਲ ਰੂਬਰੂ ਹੋਣ ਦਾ, ਥੈਂਕ ਯੂ ਸੋ ਮਚ। ਸਰ ਸਭ ਤੋਂ ਪਹਿਲਾਂ ਜਾਣਨਾ ਚਾਹਾਂਗੇ ਕਿ ਡੈਂਟਲ ਹੈਲਥ ਨੂੰ ਸਾਊਂਡ ਰੱਖਣਾ ਕਿਉਂਕਿ ਬਹੁਤ ਜ਼ਰੂਰੀ ਹੈ, ਤੇ ਕਈ ਵਾਰ ਬੜੇ ਕਾਮਨਲੀ ਸੁਣਨ ਨੂੰ ਮਿਲਦਾ ਹੈ ਕਿ ਦੰਦ ਸੜ ਗਏ, ਕੀੜਾ ਲੱਗ ਗਿਆ। ਇਹ ਇਸ ਦੀ ਵਜ੍ਹਾ ਕੀ ਹੈ, ਕਿਉਂ ਹੁੰਦਾ ਹੈ ਤੇ ਇਸ ਦੇ ਸੋਲੂਸ਼ਨ ਕੀ ਨੇ? देखो जी, सवाल तो बहुत अच्छा है। डेंटल हेल्थ बहुत इंपॉर्टेंट है, बट बदकिस्मती है कि अपनी जड़ियाँ हली ਆਪਾਂ ਵੀ ਆਰ ਨੋਟ ਰਿਚ ਨੇਸ਼ਨਸ, ਸੋ ਹਲੇ ਲੋਕੀ ਆਪਣੇ ਦੰਦਾਂ 'ਤੇ ਧਿਆਨ ਨਹੀਂ ਦਿੰਦੇ ਨੇ। ਸਿਰਫ ਜਦ ਪ੍ਰੋਬਲਮ ਆਉਂਦੀ ਹੈ ਉਸ ਵਕਤ ਧਿਆਨ ਦਿੰਦੇ ਨੇ। ਫਰਕ ਇੰਨਾ ਪਿਆ ਹੈ ਕੁਛ 10-20 ਸਾਲਾਂ ਦੇ ਵਿੱਚ ਕਿ ਜਿਹੜੇ ਆਪਣੇ ਸਿਟੀਜ਼ 'ਚ ਲੋਕ ਰਹਿੰਦੇ ਨੇ ਉਹ ਹੁਣ ਜ਼ਰਾ ਜ਼ਿਆਦਾ ਧਿਆਨ ਰੱਖਣ ਲੱਗ ਗਏ ਨੇ। ਰੂਰਲ ਪੋਪੂਲੇਸ਼ਨ ਹਲੇ ਵੀ ਧਿਆਨ ਨਹੀਂ ਰੱਖਦੀ। ਇਹ ਵੀ ਇੱਕ ਭਾਵ ਹੁੰਦਾ ਹੈ ਕਿ 32 ਦੰਦ ਨੇ, ਕੋਈ ਨਹੀਂ, ਇੱਕ ਅੱਧਾ ਖਰਾਬ ਹੋ ਗਿਆ ਤਾਂ ਫਿਰ ਕੀ ਹੋ ਗਿਆ। ਸੋ ਦੈਟ ਇਜ਼ ਇਟ। ਦੇਖੋ ਜੀ, ਜਿਹੜਾ ਲੱਗਦਾ ਨਾ ਕਿ ਦੰਦਾਂ ਨੂੰ ਕੀੜਾ ਲੱਗ ਗਿਆ, ਬੇਸਿਕਲੀ ਇਹ ਕੋਈ ਰੇਂਗਨ ਵਾਲਾ ਕੀੜਾ ਨਹੀਂ ਹੈਗਾ, ਬੇਸਿਕਲੀ ਬੈਕਟੀਰੀਆ ਨੇ ਮੂੰਹ ਦੇ ਵਿੱਚ। ਜਿਸ ਤਰ੍ਹਾਂ ਆਪਣਾ ਪੇਟ ਖਰਾਬ ਹੁੰਦਾ ਹੈ ਜਾਂ ਫੂਡ ਪੋਇਜ਼ਨਿੰਗ ਹੁੰਦੀ ਹੈ, ਉਹ ਬੈਕਟੀਰੀਆ ਦੇ ਨਾਲ ਹੀ ਹੁੰਦੀ ਹੈ। ਔਰ ਅੱਜ ਕੱਲ੍ਹ ਤਾਂ ਸਾਰਿਆਂ ਨੂੰ ਵਾਇਰਸ ਦੇ ਬਾਰੇ ਪਤਾ ਹੈ। ਸੋ ਇਹ ਬਿਮਾਰੀ ਕਾਜ਼ ਕਰਦੇ ਨੇ। ਔਰ ਜੋ ਕੁਛ ਆਪਾਂ ਖਾਂਦੇ ਹਾਂ, ਅਗਰ ਉਹ ਆਪਣੇ ਦੰਦਾਂ 'ਤੇ ਲੱਗਿਆ ਰਹਿ ਗਿਆ, ਰਾਈਟ, ਤੇ ਉਹਨਾਂ ਲਈ ਫੂਡ ਹੈ, ਉਹਨਾਂ ਨੇ ਡਿਵਾਈਡ ਕਰਨਾ ਹੈ, ਰਿਪਰੋਡਿਊਸ ਕਰਨਾ ਹੈ, ਔਰ ਉਹ ਜਦ ਉਹਨੂੰ ਡਾਈਜੈਸਟ ਕਰਨਾ, ਉਹਨਾਂ ਨੇ ਐਸਿਡ ਕ੍ਰੀਏਟ ਕਰਨਾ। ਉਹ ਐਸਿਡ ਆਪਣਾ ਕੈਲਸ਼ੀਅਮ ਹੈ, ਦੰਦ ਕੈਲਸ਼ੀਅਮ ਨੂੰ ਜਲਾ ਦਿੰਦਾ, ਕਾਲਾ ਹੋ ਜਾਂਦਾ। ਤਾਂ ਇਸ ਤਰ੍ਹਾਂ ਇੱਕ ਬੜੇ ਪੁਰਾਣੇ ਟਾਈਮ ਤੋਂ ਚੱਲਦਾ ਆ ਰਿਹਾ ਕਿ ਜੀ ਕੀੜਾ ਲੱਗ ਗਿਆ। ਸਾਨੂੰ ਵੀ ਕਈ ਵਾਰ ਪੇਸ਼ੈਂਟ ਨੂੰ ਉਸੇ ਟਰਮੀਨੋਲੋਜੀ 'ਚ ਗੱਲ ਕਰਨੀ ਪੈਂਦੀ ਹੈ ਕਿ ਕੀੜਾ ਲੱਗਿਆ। ਬੇਸਿਕਲੀ ਕੈਵਿਟੀ ਬਣ ਜਾਂਦੀ ਹੈ। ਸਰ ਇੱਕ ਚੀਜ਼ ਹੋਰ ਪੁੱਛਣਾ ਚਾਹਾਂਗੇ, ਜਿਵੇਂ ਕਈ ਲੋਕ ਠੰਡਾ ਪੀ ਲੈਣ ਤਾਂ ਵੀ ਉਹਨਾਂ ਦੇ ਦੰਦਾਂ ਨੂੰ ਸੈਂਸਿਟੀਵਿਟੀ ਹੋਣ ਲੱਗ ਪੈਂਦੀ ਹੈ, ਗਰਮ ਪੀ ਲੈਣ ਤਾਂ ਵੀ ਉਹ ਇੱਕ ਠੰਡਾ ਸਰਦੀ ਜਿਹੜੀ ਹੈ, ਗਰਮ ਸਰਦੀ ਜਿਹੜੀ ਸੈਂਸਿਟੀਵਿਟੀ ਹੈ, ਇਸ ਦਾ ਕੀ ਵਜ੍ਹਾ ਹੈ? ਦੇਖੋ, ਇੱਕ ਮੈਂ ਇਹ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਇੱਕ ਚੀਜ਼ ਕਹਿਣਾ ਚਾਹਾਂਗਾ। ਜਿਨ੍ਹਾਂ ਦੇ ਦੰਦ ਬਿਲਕੁਲ ਠੀਕ ਨੇ, ਉਹਨਾਂ ਨੂੰ ਨਾ ਠੰਡਾ ਲੱਗਦਾ, ਨਾ ਗਰਮ ਲੱਗਦਾ, ਨਾ ਮਿੱਠਾ ਲੱਗਦਾ। ਸੋ ਇਹ ਬੋਡੀ ਨੇ, ਰੱਬ ਨੇ ਇੱਕ ਆਪਣੇ ਲਈ ਜਿਵੇਂ ਕਹਿੰਦੇ ਨਾ ਸਿਗਨਲਸ ਦਿੱਤੇ ਨੇ ਕਿ ਜੇ ਹੁਣ ਜੇ ਠੰਡਾ ਲੱਗ ਰਿਹਾ, ਦੇਰ ਹੈਜ਼ ਟੂ ਬੀ ਸਮ ਪ੍ਰੋਬਲਮ। ਇਹਦੇ ਕਈ ਰੀਜ਼ਨ ਹੋ ਸਕਦੇ ਨੇ। ਜਿਵੇਂ ਤੁਸੀਂ ਪਹਿਲਾ ਸਵਾਲ ਕੀਤਾ ਸੀ ਕਿ ਕੀੜਾ ਲੱਗਣ ਦੇ ਕਾਰਨ, ਕੈਵਿਟੀ ਬਣਨ ਦੇ ਨਾਲ। ਜਿੱਦਾਂ ਕੈਵਿਟੀ ਬਣੇਗੀ, ਖੋੜ ਪਏਗੀ, ਡੀਪ ਜਾਓਗੇ, ਜੋ ਕੁਝ ਪੀਓਗੇ ਸਿੱਧਾ ਜਾ ਕੇ ਨਰਵ ਦੇ ਕੋਲ ਪਹੁੰਚਦਾ, ਉਹਦੇ ਨਾਲ ਠੰਡਾ ਗਰਮ ਲੱਗਦਾ। ਕਈ ਵਾਰ ਹੁੰਦਾ ਹੈ ਕੁਛ ਨਹੀਂ ਹੁੰਦਾ, ਕਈਆਂ ਨੂੰ ਦੰਦ ਏਜ ਨਾਲ ਘਸਦੇ ਨੇ। ਦੇਖੋ, ਇੱਕ ਚੱਕੀ ਦਾ ਕੰਮ ਕਰ ਰਹੇ ਨੇ। ਵੀ ਆਰ ਯੂਜ਼ਿੰਗ ਦੈਮ ਓਵਰ ਅ ਪੀਰੀਅਡ ਆਫ ਟਾਈਮ। ਜਿਸ ਤਰ੍ਹਾਂ ਹੀ ਤੁਸੀਂ 30s, ਲੇਟ 40s, 50s 'ਚ ਜਾਂਦੇ ਹੋ, ਘਸਣ ਦੇ ਨਾਲ ਉਹਨਾਂ ਦਾ ਵੀ ਨਰਵ ਦੇ ਕੋਲ ਪਹੁੰਚ ਜਾਂਦੇ ਨੇ, ਅਤੇ ਕੋਈ ਵੀ ਚੀਜ਼ ਤੁਸੀਂ ਲਓਗੇ ਠੰਡੀ, ਉਹ ਦੰਦਾਂ ਦੇ ਵਿੱਚ ਲੱਗੇਗੀ। ਤੀਜਾ ਰੀਜ਼ਨ ਹੁੰਦਾ ਕਿ ਮਸੂੜਿਆਂ ਦੀ ਬਿਮਾਰੀ ਹੋਵੇ। ਜੇ ਗਮਸ ਆਪਣੇ ਖਰਾਬ ਨੇ, ਗਮਸ ਸੁੱਜੇ ਹੋਏ ਨੇ, ਉਸ ਵਕਤ ਵੀ ਆਪਾਂ ਨੂੰ ਜੜ੍ਹਾਂ ਦੇ ਜਾ ਕੇ ਠੰਡਾ ਲੱਗਦਾ। ਗਰਮ ਲੱਗਣਾ ਸ਼ੁਰੂ ਹੋ ਗਿਆ, ਉਹ ਹੋਰ ਵੀ ਜ਼ਿਆਦਾ ਖਰਾਬ ਹੈ। ਉਹਦਾ ਮਤਲਬ ਹੈ ਕਿ ਇਨਫੈਕਸ਼ਨ ਹੋ ਰਹੀ ਹੈ। ਅਲਟੀਮੇਟਲੀ ਦੰਦ ਬਚਾਉਣ ਲਈ ਜਾਂ ਤਾਂ ਤੁਹਾਨੂੰ ਰੂਟ ਕਨਾਲ ਕਰਨੀ ਪਏਗੀ, ਜਾਂ ਤੁਹਾਡੇ ਗਮਸ ਇੰਨੇ ਖਰਾਬ ਹੋ ਚੁੱਕੇ ਕਿ ਦੰਦ ਹਿੱਲਣੇ ਸ਼ੁਰੂ। ਇਹਦਾ ਬੇਸਿਕ ਕਾਰਨ ਕੀ ਹੈ ਕਿ ਇਹਦਾ ਇਲਾਜ ਆਪਾਂ ਕੀ ਕਰਦੇ, ਜ਼ਿਆਦਾ ਪਬਲਿਕ ਕੀ ਸੋਚਦੀ ਹੈ
ਕਿ ਮੇਰਾ ਪਾਣੀ ਬਹੁਤ ਠੰਡਾ ਹੋਣਾ ਜਾਂ ਮੈਂ ਕੁਝ ਜੇ ਸਿੱਧਾ ਹੀ ਮੈਂ ਫ੍ਰਿਜ ਚੋਂ ਕੱਢ ਕੇ ਕੁਝ ਖਾ ਲਿਆ ਇਸ ਪਿੱਛੇ ਮੈਨੂੰ ਠੰਡਾ ਲੱਗਿਆ। ਆਪਾਂ ਨੂੰ ਇਹ ਸੋਚਣਾ ਚਾਹੀਦਾ ਕਿ ਨਾਰਮਲ ਬੰਦੇ ਨੂੰ ਨਹੀਂ ਲੱਗਦਾ। ਸੋ ਇੱਕ ਵਾਰਨਿੰਗ ਮਿਲ ਰਹੀ ਹੈ, ਉਹਨੂੰ ਇਗਨੋਰ ਨਾ ਕਰੋ। ਔਰ ਕਈ ਵਾਰ ਤੁਸੀਂ ਆਪਣੇ ਘਰ ਦੇ ਟੋਟਕੇ ਕਰਨ ਲੱਗਦੇ ਹੋ, ਮਾਈਨਰ ਪ੍ਰੋਬਲਮ ਸੋਲਵ ਹੋ ਜਾਏਗੀ। ਬਟ ਅਗਰ ਕੋਈ ਮੇਜਰ ਪ੍ਰੋਬਲਮ ਹੋ ਰਹੀ ਹੈ, ਜਿਵੇਂ ਕੈਵਿਟੀ ਬਣ ਰਹੀ ਹੈ ਜਾਂ ਗਮਸ ਖਰਾਬ ਹੋ ਰਹੇ ਹਨ, ਉਹ ਇਮੀਡੀਏਟਲੀ ਤਾਂ ਥੋੜੇ ਦਬ ਜਾਣਗੇ, ਹੋਰ ਹੋ ਸਕਦਾ ਕੁਝ ਟਾਈਮ ਦੇ ਬਾਅਦ ਜਾ ਕੇ ਫਿਰ ਉਹ ਬਿਲਕੁਲ ਹੀ ਖਰਾਬ ਹੋ ਕੇ ਨਿਕਲਣਗੇ। ਸਰ ਗਮਸ ਦੀ ਗੱਲ ਕੀਤੀ, ਬਲੀਡਿੰਗ ਗਮਸ ਬਾਰੇ ਦੱਸੋ, ਉਹਦਾ ਕੀ ਰੀਜ਼ਨ ਹੈ, ਉਹ ਕਿਉਂ ਹੁੰਦੇ ਆ? ਦੇਖੋ ਜੀ, ਇਹ ਤੋਂ ਪਹਿਲੇ ਮੈਂ ਤੁਹਾਨੂੰ ਪੁੱਛਣਾ, ਕਦੀ ਤੁਹਾਡਾ ਐਕਸਪੀਰੀਅੰਸ ਹੋਇਆ ਕਿ ਨਾਲ ਤੁਹਾਡੇ ਕੋਈ ਬੈਠਾ ਹੋਵੇ, ਉਹਦੇ ਮੂੰਹ ਚੋਂ ਬਦਬੂ ਆ ਰਹੀ ਹੋਵੇ? ਠੀਕ ਹੈ ਨਾ, ਬਹੁਤ ਕਾਮਨ ਦਿੱਕਤ ਲੋਕਾਂ ਨੂੰ ਆਉਂਦੀ ਹੈ ਇਹ ਜੀ। ਸੋ ਬੇਸਿਕਲੀ ਕੀ ਹੁੰਦਾ ਕਿ ਜਦ ਆਪਾਂ ਦੇਖੋ ਆਪਾਂ ਸਫਾਈ ਨਹੀਂ ਕਰਦੇ ਕਿਸੇ ਚੀਜ਼ ਦੀ, ਪ੍ਰੋਪਰ ਨਹੀਂ ਕਰਦੇ। ਮੈਜੋਰਿਟੀ ਆਫ ਪਬਲਿਕ ਜਿਹੜੀ ਹੈਗੀ ਹੈ ਉਹ ਕੀ ਕਰਦੀ ਹੈ, ਸਵੇਰੇ ਬ੍ਰਸ਼ ਚੱਕਦੀ ਹੈ, ਉਹ ਆਲਰੇਡੀ ਲੇਟ ਹੁੰਦੇ ਕੰਮ ਲਈ। ਸੋ ਇੱਕ ਬ੍ਰਸ਼ ਉਹਨਾਂ ਦਾ ਯੂਜ਼ ਕਰਨਾ ਇੱਕ ਰੂਟੀਨ ਹੈ, ਨਾਰਮਲ ਰੂਟੀਨ ਹੈ, ਧਿਆਨ ਨਹੀਂ ਹੈ ਬ੍ਰਸ਼ਿੰਗ ਤੇ। ਓਕੇ। ਸੋ ਉਹਦੇ ਨਾਲ ਕੀ ਹੁੰਦਾ ਕਿ ਤੁਸੀਂ ਬ੍ਰਸ਼ ਕਰ ਲਿਆ, ਪੇਸਟ ਲਗਾ ਲਈ, ਮੂੰਹ 'ਚ ਫਰੈਸ਼ਨੈਸ ਆ ਗਈ, ਤੁਹਾਡੇ ਮਸੂੜੇ ਤੇ ਕਲੀਨ ਨਹੀਂ ਹੋਏ, ਦੰਦ ਤੇ ਪ੍ਰੋਪਰ ਕਲੀਨ ਨਹੀਂ ਹੋਏ। ਮੈਂ ਜੇ ਸਮਝਾਉਣਾ ਚਾਹਾਂ ਕਿਸੇ ਨੂੰ, ਆਹ ਦੰਦ ਹੈ ਤੇ ਆਹ ਗਮ ਹੈ, ਜੇ ਮੈਂ ਇੰਨਾ ਕੁ ਹਿੱਸਾ ਕਲੀਨ ਕਰ ਲਾਂਗਾ ਔਰ ਇਹ ਹਿੱਸਾ ਨਹੀਂ ਕਲੀਨ ਕਰਾਂਗਾ ਤੇ ਰੋਜ਼-ਰੋਜ਼ ਉੱਥੇ ਇੱਕ ਪਰਤ ਜੰਮਦੀ ਜਾਏਗੀ, ਉਹ ਇਨਫੈਕਸ਼ਨ ਕ੍ਰੀਏਟ ਕਰੇਗੀ, ਗਮਸ ਸੁੱਜਣਗੇ, ਬਲੀਡ ਕਰਨਗੇ। ਸੋ ਉਹ ਬਲੀਡਿੰਗ ਇਜ਼ ਆਲਸੋ ਫਸਟ ਵਾਰਨਿੰਗ। ਤੁਹਾਨੂੰ ਜਿਵੇਂ ਸੈਂਸਿਟੀਵਿਟੀ ਹੈ, ਇੱਦਾਂ ਜੇ ਬਲੀਡ ਹੋ ਗਿਆ, ਉਸ ਵਕਤ ਵੀ ਹਰ ਕੋਈ ਇਨਸਾਨ ਇਹ ਸੋਚਦਾ ਮੇਰੇ ਕੋਲ ਜ਼ੋਰ ਦੀ ਬ੍ਰਸ਼ ਕਰ ਲਿਆ ਹੋਣਾ ਜਾਂ ਮੈਂ ਜ਼ੋਰ ਦੀ ਕੋਈ ਐਸੀ ਹਾਰਡ ਚੀਜ਼ ਖਾ ਲਈ ਹੋਣੀ, ਉਹਦੇ ਕਾਰਨ ਬਲੀਡਿੰਗ ਹੋਈ ਹੈ। ਆਪਾਂ ਇਗਨੋਰ ਕਰਦੇ ਹਾਂ। ਆਪਾਂ ਸਿਰਫ ਵਰਡ ਹੁੰਦੇ ਹਾਂ ਕਿ ਜਦ ਅਸੀਂ ਸਵੇਰੇ ਉੱਠੀਏ ਤੇ ਪਹਿਲਾਂ ਸਪਿਟ ਕਰੀਏ ਤੇ ਖੂਨ ਨਿਕਲਦਾ, ਫਿਰ ਅਸੀਂ ਘਬਰਾਉਂਦੇ ਹਾਂ। ਦੈਨ ਵੀ ਗੋ, ਪਹਿਲੇ ਆਪਾਂ ਡਾਕਟਰ ਕੋਲ ਜਾਵਾਂਗੇ, ਚੈਸਟ ਦਾ ਐਕਸਰੇ ਕਰਾਵਾਂਗੇ ਔਰ ਕਰਾਵਾਂਗੇ ਕਿ ਕਿੱਥੇ ਮੇਰੇ ਅੰਦਰ ਤੇ ਨਹੀਂ ਕੋਈ ਪ੍ਰੋਬਲਮ ਹੋ ਗਈ, ਅਲਸਰ ਤੇ ਨਹੀਂ ਹੋ ਗਿਆ, ਜਦ ਕਿ ਪ੍ਰੋਬਲਮ ਸਿੱਧੀ ਇੱਥੇ ਹੀ ਹੁੰਦੀ ਹੈ। ਸਰ ਬ੍ਰਸ਼ ਤੋਂ ਇਲਾਵਾ ਵੀ ਕੁਝ ਫਲॉस ਦਾ ਵੀ ਦੱਸੋ। ਹਾਂਜੀ, ਮਤਲਬ ਬੇਸਿਕ ਜਿਹੜਾ ਹੈ ਬ੍ਰਸ਼ਿੰਗ ਬਹੁਤ ਜ਼ਰੂਰੀ ਹੈ। ਆਪਾਂ ਲੋਕ ਉਹੀ ਪ੍ਰੋਪਰ ਨਹੀਂ ਹਾਲੇ ਪਹਿਲੇ ਕਰਦੇ। ਹੁੰਦਾ ਕੀ ਹੈ ਕਿ ਬੱਚੇ ਅਗਰ ਫਲॉस ਨਹੀਂ ਵੀ ਕਰਦੇ ਤੇ ਨਥਿੰਗ ਹੈਪਨਸ। ਬਟ ਐਜ਼ ਏਜ ਗਰੋ ਕਰਦੀ ਹੈ, ਤੁਹਾਡੇ ਗਮ ਥੋੜੇ ਰਿਸੀਡ ਕਰ ਜਾਂਦੇ ਨੇ, ਦੰਦਾਂ ਦੇ ਵਿੱਚ ਗੈਪਸ ਆ ਜਾਂਦੇ ਨੇ, ਇੱਕ ਧਾਗਾ ਹੁੰਦਾ ਵਿੱਚ ਫਲॉस। ਔਰ ਮੈਂ ਕਹਿੰਦਾ 90% ਆਫ ਇੰਡੀਅਨਸ ਡੋਨਟ ਨੋ ਹਾਊ ਟੂ ਫਲॉस। ਹੁਣ ਉਹਦਾ ਮੈਂ ਤੁਹਾਨੂੰ ਇੱਕ ਬਹੁਤ ਆਸਾਨ ਦੱਸਦਾ ਕਿਉਂ ਯੂਜ਼ ਕਰਨਾ ਚਾਹੀਦਾ। ਇਹ ਸਪੋਜ਼ ਕਰੋ ਆਪਣੇ ਦੰਦ ਨੇ, ਆਪਾਂ ਬਾਹਰਲੀ ਸਰਫੇਸ ਕਰ ਲਈ, ਆਪਾਂ ਅੰਦਰਲੀ ਸਰਫੇਸ ਕਲੀਨ ਕਰ ਲਈ, ਆਪਾਂ ਉੱਪਰਲੀ ਸਰਫੇਸ ਚੂਇੰਗ ਸਰਫੇਸ ਖਾਣ ਵਾਲੀ ਕਰ ਲਈ। ਜਿਹੜੇ ਦੋ ਦੰਦਾਂ ਦੇ ਵਿੱਚ ਸਰਫੇਸ ਉਹ ਤਾਂ ਕਦੀ ਆਪਾਂ ਜ਼ਿੰਦਗੀ 'ਚ ਕਲੀਨ ਹੀ ਨਹੀਂ ਕਰਦੇ, ਬ੍ਰਸ਼ ਜਾ ਹੀ ਨਹੀਂ ਸਕਦਾ, ਉਹ ਧਾਗੇ ਨਾਲ ਕਲੀਨ ਹੁੰਦੀ ਔਰ ਉੱਥੇ ਹੀ ਕੈਵਿਟੀ ਬਣਦੀ ਹੈ। ਕਿਉਂਕਿ ਜਦ ਵੀ ਖਾਣਾ ਫਸਣਾ ਤੁਹਾਡੇ ਉਹ ਦੋ ਦੰਦਾਂ ਦੇ ਵਿੱਚ ਫਸਣਾ ਹੈ। ਜੇ ਉੱਥੇ ਫਸਿਆ ਰਹੇਗਾ, ਉਹਨੇ ਦੋਨੋਂ ਹੀ ਦੰਦ, ਅਗਲੇ ਦੰਦ ਦੀ ਪਿਛਲੀ ਸਾਈਡ, ਪਿਛਲੇ ਦੰਦ ਦੀ ਅਗਲੀ ਸਾਈਡ, ਉੱਥੇ ਖੋੜ ਪਾਣੀ ਸ਼ੁਰੂ ਕਰ ਦੇਣੀ, ਉੱਥੋਂ ਕੈਵਿਟੀ ਬਣੇਗੀ ਐਂਡ ਫਿਰ ਇਹ ਠੰਡਾ ਗਰਮ ਪੇਨ ਐਂਡ ਦੰਦ ਨਿਕਲਣਗੇ, ਫਿਰ ਆਰਟੀਫੀਸ਼ੀਅਲ ਲੱਗਣਗੇ। ਸਰ ਤੁਸੀਂ ਕਿਹਾ ਕਿ ਅਗਰ ਨਹੀਂ ਸਫਾਈ ਰੱਖਣਗੇ ਫਿਰ ਦੰਦ ਨਿਕਲ ਜਾਂਦੇ ਨੇ। ਮੈਂ ਪੁੱਛਣਾ ਚਾਹੂੰਗੀ, ਦੰਦ ਇੱਕ ਵਾਰ ਅਗਰ ਨਿਕਲ ਗਿਆ, ਡਿਕੇ ਹੋ ਗਿਆ, ਤੇ ਉਸ ਦੇ ਆਪਸ਼ਨਸ ਕੀ ਨੇ? ਕਿ ਪੁਰਾਣੇ ਹੀ ਤਰੀਕਿਆਂ ਦੇ ਨਾਲ ਹੁਣ ਜਿਹੜੇ ਇੰਪਲਾਂਟ ਕੀਤੇ ਜਾਂਦੇ ਜਾਂ ਕੁਝ ਨਿਊ ਐਡਵਾਂਸਮੈਂਟ ਹੈ? ਥੋੜਾ ਜਿਹਾ ਮੈਨੂੰ ਤੁਹਾਡੇ ਕੁਐਸਚਨ ਨੂੰ ਵਾਈਡ ਕਰਾਂਗਾ। ਦੇਖੋ, ਦੰਦ ਅਗਰ ਕੋਈ ਖਰਾਬ ਹੋ ਰਿਹਾ ਹੈ, ਉਹਦਾ ਟ੍ਰੀਟਮੈਂਟ ਕਰਾ ਕੇ ਉਹਨੂੰ ਬਚਾਉਣਾ ਬਹੁਤ ਇੰਪੋਰਟੈਂਟ ਹੈ। ਓਕੇ, ਠੀਕ ਹੈ ਜੀ, ਵੈਰੀ ਇੰਪੋਰਟੈਂਟ ਹੈ। ਉਹ ਕੀ ਹੋ ਸਕਦਾ ਕਿ ਆਪਾਂ ਅਗਰ ਕੈਵਿਟੀ ਛੋਟੀ ਹੈ ਤਾਂ ਛੋਟੀ ਕੈਵਿਟੀ ਨੂੰ ਆਪਾਂ ਕਲੀਨ ਕਰਕੇ ਭਰ ਦਿੰਦੇ, ਇਟ ਵਰਕਸ। ਠੀਕ ਹੈ, ਕਈ ਸਾਲ ਨਿਕਲ ਜਾਂਦੇ। ਬਟ ਕਈ ਵਾਰ ਕੀ ਹੁੰਦਾ, ਜਦ ਤੱਕ ਮੇ ਬੀ ਆਪਣਾ ਕਿਸ ਨੂੰ ਪਤਾ ਵੀ ਹੋਵੇ ਕਿ ਮੇਰੇ ਪ੍ਰੋਬਲਮ ਹੋ ਰਹੀ ਹੈ, ਪਰ ਕਈ ਲੋਕ ਆਪਣੇ ਕੰਮ 'ਚ ਇੰਨੇ ਬਿਜ਼ੀ ਹੁੰਦੇ ਨੇ ਕਿ ਉਹ ਟਾਈਮ ਹੀ ਨਹੀਂ ਕੱਢ ਪਾਉਂਦੇ, ਇੰਪੋਰਟੈਂਸ ਨਹੀਂ ਦਿੰਦੇ। ਜਦ ਤੱਕ ਤਕਲੀਫ ਦਰਦ ਹੁੰਦੀ ਹੈ, ਫਿਰ ਉਹ ਡੈਂਟਿਸਟ ਕੋਲ ਜਾਂਦੇ ਨੇ। ਉਸ ਵਕਤ ਤੱਕ ਫਿਰ ਰੂਟ ਕੈਨਾਲ ਕਰਕੇ ਦੰਦ ਬਚਾਇਆ ਜਾ ਸਕਦਾ। ਰੂਟ ਕੈਨਾਲ ਕਰਨ ਤੋਂ ਬਾਅਦ ਉੱਤੇ ਕੈਪ ਲਗਵਾਉਣਾ ਜ਼ਰੂਰੀ ਹੈ। ਦੰਦ ਦੀ ਲਾਈਫ ਬਣੀ ਰਹਿੰਦੀ ਹੈ। ਔਨ ਐਨ ਐਵਰੇਜ 8-10 ਸਾਲ ਬੜੇ ਆਰਾਮ ਨਾਲ ਨਿਕਲ ਜਾਂਦਾ, 20-20 ਸਾਲ ਵੀ ਨਿਕਲ ਜਾਂਦਾ। ਬਟ ਸਪੋਜ਼ ਕਰੋ ਕਿ ਆਪਾਂ ਇਸ ਚੀਜ਼ ਨੂੰ ਵੀ ਇਗਨੋਰ ਕਰਕੇ ਦੰਦ ਬਿਲਕੁਲ ਖਤਮ ਹੋ ਗਿਆ, ਫਿਰ ਆਪਣੇ ਕੋਲ ਕੋਈ ਆਪਸ਼ਨ ਨਹੀਂ ਹੈ, ਡੈਂਟਿਸਟ ਨੂੰ ਦੰਦ ਕੱਢਣਾ ਹੀ ਪਏਗਾ। ਓਕੇ। ਪੁਰਾਣੇ ਟਾਈਮ 'ਚ ਆਪਾਂ ਦੇਖਦੇ ਸੀ, ਬਜ਼ੁਰਗ ਦੇਖਦੇ ਸੀਗੇ, ਮੈਂ ਆਪਣੇ ਗ੍ਰੈਂਡ ਪੇਰੈਂਟਸ ਦਾ ਅਗਰ ਯਾਦ ਕਰਾਂ ਤਾਂ ਕੋਈ ਨਾ ਕੋਈ ਡੈਂਚਰ ਮੂੰਹ 'ਚ ਹੁੰਦਾ ਸੀ ਕਿ ਉਹ ਉਤਾਰ ਕੇ ਸਾਫ਼ ਕਰਕੇ ਲਾ ਲੈਂਦੇ ਸੀ। ਅੱਜ ਵੀ ਉਹ ਟੈਕਨੀਕ ਚੱਲਦੀ ਹੈ, ਪਰ ਹੁਣ ਟੈਕਨੀਕਸ ਇੰਨੀਆਂ ਇਨਵੋਲਵ ਕਰ ਚੁੱਕੀਆਂ ਕਿ ਹੁਣ ਫਿਕਸ ਦੰਦ ਲੱਗ ਜਾਂਦੇ ਨੇ। ਓਕੇ। ਸੋ 100 ਸਾਲ ਤੋਂ ਕਰੀਬ ਬ੍ਰਿਜਸ ਲੱਗਦੇ ਨੇ, ਕੈਪਸ ਲੱਗਦੇ ਨੇ, ਉਹ ਨਾਲ ਦੇ ਦੰਦ ਤੋਂ ਸਪੋਰਟ ਲੈ ਕੇ ਲਾ ਲੈਂਦੇ ਆ। ਬਟ ਹੁਣ ਕੁਝ 30-35 ਸਾਲਾਂ ਤੋਂ ਬਹੁਤ ਜ਼ਿਆਦਾ ਜਿਹੜਾ ਇੱਕ ਟੈਕਨੀਕ ਪਪੂਲਰ ਹੋਈ ਹੈ, ਉਹ ਹੈਗੀ ਇੰਪਲਾਂਟਸ। ਓਕੇ। ਜਿਹਨੂੰ ਆਮ ਪੇਸ਼ੈਂਟ ਸਕਰੂ ਕਹਿੰਦਾ ਕਿ ਜੀ ਮੇਰੇ ਸਕਰੂ ਲੱਗ ਜਾਣਗੇ। ਬੇਸਿਕਲੀ ਇੰਪਲਾਂਟ ਇਜ਼ ਆਰਟੀਫੀਸ਼ੀਅਲ ਟਾਈਟੇਨੀਅਮ ਦਾ ਬਣਿਆ ਹੁੰਦਾ, ਰੂਟ ਦੀ ਫਾਰਮ ਦਾ ਹੁੰਦਾ, ਉਹ ਹੱਡੀ ਦੇ ਵਿੱਚ ਤੁਸੀਂ ਲਗਾ ਦਿੰਦੇ ਹੋ। ਓਕੇ। ਮਤਲਬ ਮੈਂ ਅਗਰ ਬਹੁਤ ਆਸਾਨ ਤਰੀਕੇ ਨਾਲ ਕਿਸ ਨੂੰ ਸਮਝਾਉਣਾ ਹੋਵੇ, ਆਪਾਂ ਇੱਕ ਘਰ 'ਚ ਪੇਂਟਿੰਗ ਟੰਗਦੇ ਹਾਂ ਤੇ ਆਪਾਂ ਕੀ ਕਰਦੇ ਹਾਂ, ਆਪਾਂ ਡਰਿਲ ਕਰਦੇ ਹਾਂ, ਇੱਕ ਪਲਾਸਟਿਕ ਦੀ ਗਿੱਟੀ ਪਾਉਂਦੇ ਹਾਂ, ਉਹਦੇ ਵਿੱਚ ਇੱਕ ਨੇਲ ਲਗਾਉਂਦੇ ਹਾਂ। ਸਿਮਿਲਰ ਵੇ ਨਾਲ ਅਸੀਂ ਬੋਨ ਦੇ ਵਿੱਚ ਇੱਕ ਇੰਪਲਾਂਟ ਪਾ ਦਿੰਦੇ ਹਾਂ। ਤੁਸੀਂ ਉਹਨੂੰ ਕੰਪੇਅਰ ਸਕਦੇ ਹੋ ਪਲਾਸਟਿਕ ਦੀ ਗਿੱਟੀ ਦੇ ਨਾਲ, ਉਹਦੇ ਉੱਤੇ ਫਿਰ ਦੰਦ ਲੱਗ ਜਾਂਦਾ।
ਔਰ ਬਹੁਤ ਹੀ ਕਾਮਯਾਬ ਟੈਕਨੀਕ ਹੈ। 96 to 98% ਇਹਦਾ ਸਕਸੈਸ ਰੇਟ ਹੈ। ਪ੍ਰੋਪਰਲੀ ਕੀਤਾ ਹੋਵੇ ਤੇ ਮੈਂ ਇਹ ਕਹਿੰਦਾ ਕਿ ਰੱਬ ਨੇ ਆਪਾਂ ਨੂੰ 2 ਸੈੱਟ ਦੰਦ ਦੇ ਦਿੱਤੇ ਆ। ਬੱਚਿਆਂ ਨੂੰ ਦੁੱਧ ਦੇ ਦੰਦ ਦਿੰਦੇ ਆ, ਆਪਾਂ ਨੂੰ ਇੱਕ ਸੈਕੰਡ ਸੈੱਟ ਦਿੱਤਾ ਹੈ। ਬਟ ਅਗਰ ਇੱਕ ਡੈਂਟਿਸਟ ਤੁਹਾਨੂੰ ਇੱਕ ਥਰਡ ਸੈੱਟ ਆਫ ਟੀਥ ਵੀ ਦੇ ਸਕਦਾ ਹੈ, ਜਿਹੜਾ ਤੁਹਾਡਾ ਲਾਈਫ ਲੌਂਗ ਤੁਹਾਡਾ ਸਾਥ ਦੇ ਸਕਦਾ ਹੈ, ਔਰ ਉਹਦੇ ਨਾਲ ਤੁਸੀਂ ਗਾਜਰ, ਮੂਲੀ, ਕਾਜੂ, ਬਦਾਮ ਐਵਰੀਥਿੰਗ ਖਾ ਸਕਦੇ ਹੋ। ਸਰ ਵਾਇਰਿੰਗ ਦੀ ਗੱਲ ਕਰੀਏ ਤਾਂ ਕਈ ਵਾਰ ਯੰਗ ਗਰਲਸ ਦੇ ਵਿੱਚ ਵਾਇਰਿੰਗ ਦੰਦਾਂ ਦੀ ਆਪਣੀ ਸ਼ੇਪ ਤੇ ਨੂੰ ਲੈ ਕੇ ਕੁਝ ਕੌਨਸ਼ੀਅਸਨੈਸ ਰਹਿੰਦੀ ਹੈ, ਕੁਝ ਜੈਨੂਇਨਲੀ ਵੀ ਪ੍ਰੋਬਲਮਸ ਹੁੰਦੀਆਂ, ਲੇਕਿਨ ਪੇਰੈਂਟਸ ਦੇ ਵੱਲੋਂ ਉਸ ਟਾਈਮ ਦੇ ਵਿੱਚ ਨਹੀਂ ਉਹਨਾਂ ਦੀ ਮਤਲਬ ਚੈੱਕਅਪ ਕਰਾਇਆ ਜਾਂਦਾ। ਫਿਰ ਲੇਟਰ ਏਜ ਦੇ ਵਿੱਚ ਅਰਾਊਂਡ ਮੈਰਿਜ ਏਜ ਉਹ ਪਹੁੰਚਦੇ ਨੇ, ਤੇ ਉਹਨਾਂ ਨੂੰ ਤੁਸੀਂ ਕੀ ਸਲਾਹ ਦੇਣਾ ਚਾਹੋਗੇ? ਦੇਖੋ, ਬੜਾ ਸੈਂਸਿਟਿਵ ਇਸ਼ੂ ਹੈ। ਮੈਂ ਖਾਸ ਕਰ ਆਪਣੇ ਬੇਟੀਆਂ ਲਈ, ਲੜਕੀਆਂ ਲਈ ਮੈਂ ਬਹੁਤ ਇਸ ਪਿੱਛੇ ਬੜਾ ਹੀ ਆਪਣੇ ਪੇਸ਼ੈਂਟਸ ਨੂੰ ਵੀ ਸਮਝਾਉਣਾ ਹੈ। ਮੇਰਾ ਇਹਦੇ ਵਿੱਚ ਇਹ ਹੈ ਕਿ ਰਾਈਟ ਏਜ ਹੋ ਕੀ ਰਿਹਾ ਹੈ। ਪੁਰਾਣੇ ਟਾਈਮ ਦੇ ਵਿੱਚ ਜਿਹੜੇ ਕੋਸਮੈਟਿਕ ਦੇ ਮਤਲਬ ਬੇਸਿਕ ਸੀਗੇ ਉਹ ਡਿਫਰੈਂਟ ਸੀਗੇ ਜੀ। ਵਿੰਗਾ ਟੇਢਾ ਦੰਦ ਵੀ ਹੁੰਦਾ ਸੀਗਾ, ਉਹ ਵੀ ਕਈ ਵਾਰ ਫੇਸ ਤੇ ਬੜਾ ਅੱਛਾ ਲੱਗਦਾ ਸੀਗਾ। ਬਟ ਅੱਜ ਕੱਲ੍ਹ ਦੇ ਟਾਈਮ 'ਚ ਸਿਰਫ ਜਿਹੜੀ ਇਹ ਜਨਰੇਸ਼ਨ ਹੈ ਪਰਫੈਕਸ਼ਨ ਚਾਹੁੰਦੀ ਹੈ, ਔਰ ਉਹ 'ਚ ਕੋਈ ਗਲਤ ਨਹੀਂ ਹੈ। ਸੋ 10 ਸਾਲ ਔਨਵਰਡਸ ਡਾਕਟਰ ਨੂੰ ਜ਼ਰੂਰ ਚੈੱਕ ਕਰਵਾਓ। ਅਗਰ ਰਿਕਵਾਇਰਡ ਹੋਵੇ ਤਾਂ ਉਹ ਬ੍ਰੇਸਿਸ ਉਸੇ ਵਕਤ ਲਗਾ ਸਕਦੇ ਹਾਂ, ਵਰਨਾ 12 ਸਾਲ ਦੇ ਅਰਾਊਂਡ ਬ੍ਰੇਸਿਸ ਲਗਵਾਉਣਾ ਜ਼ਰੂਰੀ ਹੈ। ਔਰ ਉਹਦੇ ਲਈ ਕਈ ਵਾਰ ਸਾਨੂੰ ਦੰਦ ਕੱਢਣੇ ਪੈਂਦੇ ਨੇ, ਔਰ ਕਈ ਪੇਸ਼ੈਂਟਸ ਐਸੇ ਆ ਸਿਰਫ ਉਹ ਦੰਦ ਕੱਢਣ ਦੇ ਡਰ ਤੋਂ ਆਪਣੇ ਦੰਦ ਸਿੱਧੇ ਨਹੀਂ ਕਰਵਾਉਂਦੇ। ਓਕੇ, ਦਿੱਕਤ ਆਉਂਦੀ ਹੈ ਜਿਵੇਂ ਤੁਸੀਂ ਰਾਈਟਲੀ ਸੈਡ ਮੈਰਿਜ ਏਜ ਤੇ, ਫਿਰ ਉਸ ਵਕਤ ਐਵਰੀਬਡੀ ਸੇਜ਼ ਕਿ ਡਾਕਟਰ ਸਾਹਿਬ ਹੁਣ ਤੇ 6 ਮਹੀਨੇ 'ਚ ਮੈਰਿਜ ਹੈ, ਕੁਝ ਕਰ ਦਿਓ। ਦੇयर इज नो ਮੈਜਿਕ। ਕੋਈ ਮੈਜਿਕ ਥੋੜਾ ਕਿ 6 ਮਹੀਨੇ 'ਚ ਕਰ ਦਾਂਗੇ। ਉਹਦੇ ਵਿੱਚ ਫਿਰ ਕੁਝ ਨਾ ਕੁਝ ਬੱਚੇ ਆਪਣਾ ਖਰਾਬ ਕਰਵਾ ਲੈਂਦੇ ਆ। ਕਈ ਵਾਰ ਕੋਈ ਦੰਦ ਅੰਦਰ ਕਰਵਾਉਣ ਲਈ ਮੈਂ ਐਸੇ ਵੀ ਪੇਸ਼ੈਂਟਸ ਦੇਖੇ ਨੇ, ਚੰਗੇ ਭਲੇ ਬੱਚਿਆਂ ਦੇ ਦੰਦ ਕੱਢ ਕੇ ਨਕਲੀ ਲਗਾ ਦਿੰਦੇ ਨੇ ਅੰਦਰ ਕਰਨ ਲਈ, ਵਿਚ ਇਜ਼ ਰੋਂਗ। ਪੁੱਛਣਾ ਚਾਹੂੰਗੀ, ਅੱਜ ਕੱਲ੍ਹ ਲੋਕਾਂ ਦੇ ਵਿੱਚ ਬੜੀ ਕੌਨਸ਼ੀਅਸਨੈਸ ਇੱਕ ਚੀਜ਼ ਹੈ ਕਿ ਟੂਥ ਵਾਈਟਨਿੰਗ ਨੂੰ ਲੈ ਕੇ ਕੁਝ ਬ੍ਰਾਂਡਸ ਵੀ ਨੇ ਟੂਥਪੇਸਟ, ਉਹ ਵੀ ਪ੍ਰਮੋਟ ਕਰਦੇ ਨੇ ਕਿ ਪਰਟੀਕੂਲਰ ਬ੍ਰਾਂਡ ਯੂਜ਼ ਕਰੋਗੇ ਤੇ ਟੂਥ ਵਾਈਟਨਿੰਗ 'ਚ ਹੈਲਪਫੁਲ ਹੋਏਗਾ। ਉਸ ਦੇ ਬਾਰੇ ਦੱਸੋ, ਇਹ ਕਿੰਨਾ ਕੁ ਸੱਚ ਹੈ? ਜੀ, ਮੈਂ ਇਹ ਕਹਿਣਾ ਚਾਹਾਂਗਾ ਟੂਥ ਵਾਈਟਨਿੰਗ ਇਜ਼ ਅ ਗੁੱਡ ਥਿੰਗ, ਬਟ ਇਟ ਇਜ਼ ਅ ਟੈਂਪਰੇਰੀ ਸੋਲੂਸ਼ਨ। ਇਹ ਜੇ ਅੱਜ ਕਹੀਏ ਕਿ ਅੱਜ ਅਸੀਂ ਦੰਦ ਆਪਣੇ ਸਫੇਦ ਕਰਾ ਲਏ, ਲਾਈਫ ਲੌਂਗ ਇਦਾਂ ਦੇ ਰਹੇ ਨੇ, ਇਹ ਨਹੀਂ ਹੋਣਾ। ਵੇਰੀ ਕਰਦਾ, ਕਈਆਂ ਦੇ ਸਿਰਫ 3 ਮਹੀਨੇ ਲਾਸਟ ਕਰਦੇ, ਕਈਆਂ ਦੇ ਸਾਲ ਤੱਕ ਲਾਸਟ ਕਰ ਸਕਦੇ। ਸੋ ਮੈਂ ਇਹ ਕਹਿੰਦਾ ਕਿ ਅਗਰ ਤੁਸੀਂ ਕਰਵਾਉਣਾ ਚਾਹੁੰਦੇ ਹੋ, ਤੁਹਾਡਾ ਕੋਈ ਇੰਪੋਰਟੈਂਟ ਓਕੇਜ਼ਨ ਹੈ, ਯੂ ਆਰ ਗੈਟਿੰਗ ਇੰਗੇਜ, ਯੂ ਆਰ ਗੈਟਿੰਗ ਮੈਰਿਡ, ਕੋਈ ਐਸਾ ਕੁਝ ਹੈ, ਉਸਾ ਵਾਂਸ ਇਨ ਅ ਵਾਈਲ ਕਰਵਾ ਲਓ, ਬਟ ਐਜ਼ ਅ ਰੂਟੀਨ ਨਹੀਂ ਕਰਵਾਉਣਾ ਚਾਹੀਦਾ। ਮੈਂ ਉਹਦੇ ਹੱਕ 'ਚ ਨਹੀਂ ਹਾਂ। ਸਰ, ਇੱਕ ਸਟੇਟਮੈਂਟ ਆਉਂਦੀ ਹੈ ਕਿ ਜੇਕਰ ਮੂੰਹ ਦੇ ਥਰੂ ਸਾਹ ਲਿਆ ਜਾਵੇ ਤੇ ਉਹ ਦੰਦਾਂ ਨੂੰ ਖਰਾਬ ਕਰਦੇ ਨੇ, ਇਹ ਮਿਥ ਹੈ ਕਿ ਟਰੂਥ ਹੈ? ਇਹ ਬਿਲਕੁਲ ਟਰੂਥ ਹੈ ਜੀ, ਐਂਡ ਆਈ ਰੀਅਲੀ ਹੈਟਸ ਆਫ ਟੂ ਯੂ ਫॉर ਆਸਕਿੰਗ ਦਿਸ ਕੁਐਸਚਨ। ਬਹੁਤ ਇੰਪੋਰਟੈਂਟ ਕੁਐਸਚਨ ਹੈ। ਪਹਿਲੇ ਮੂੰਹ ਤੋਂ ਕਿਉਂ ਸਾਹ ਲੈਣਾ ਜੀ, ਇਹ ਬੜਾ ਇੰਪੋਰਟੈਂਟ ਹੈ ਆਪਾਂ ਨੂੰ ਸਮਝਣਾ। ਹੁੰਦਾ ਕਿ ਬਚਪਨ ਦੇ ਵਿੱਚ ਨਾ ਸਾਡੇ ਇੱਕ ਗਲੈਂਡਸ ਹੈ, ਜਿੱਦਾਂ ਗਰੋਥ ਹੁੰਦੀ ਹੈ ਬੱਚੇ ਦੀ, ਇੱਥੇ ਪਿੱਛੇ ਨੱਕ ਦੇ ਪਿੱਛੇ ਐਡੇਨੋਇਡ ਗਲੈਂਡ ਹੁੰਦਾ ਹੈ, ਉਹ ਡਿਊਰਿੰਗ ਗਰੋਥ ਉਹ ਵੱਧ ਜਾਂਦਾ ਹੈ। ਸੋ ਹੁਣ ਆਪਾਂ ਸਾਹ ਲੈ ਰਹੇ ਹਾਂ, ਇੱਕ ਨੱਕ ਦੀ ਪਾਈਪ, ਛੋਟੀ ਜਿਹੀ ਪਾਈਪ ਹੈ, ਉਹਦੇ ਵਿੱਚ ਅਗਰ ਕੁਝ ਗਰੋ ਕਰ ਜੇ, ਉੱਥੇ ਬਲੌਕੇਜ ਹੋ ਗਈ। ਹੁਣ ਐਡਾ ਵੱਡਾ ਮੂੰਹ ਹੈ, ਮੂੰਹ ਦਾ ਐਡੀ ਵੱਡੀ ਪਾਈਪ ਹੈ, ਬੱਚਾ ਉੱਥੋਂ ਸਾਹ ਲੈਣਾ ਸ਼ੁਰੂ ਕਰ ਦਿੰਦਾ ਹੈ। ਠੀਕ ਹੈ, ਇਕੱਲੇ ਦੰਦਾਂ ਤੇ ਨਹੀਂ ਫਰਕ ਪੈਂਦਾ, ਪੂਰੇ ਫੇਸ ਤੇ ਫਰਕ ਪੈਂਦਾ। ਅਗਰ ਤੁਸੀਂ ਕੋਈ ਬੱਚੇ ਨੋਟਿਸ ਕਰੋਗੇ ਜਿਹੜੇ ਮੂੰਹ ਤੋਂ ਸਾਹ ਲੈਂਦੇ ਆ, ਉਹਨਾਂ ਦਾ ਲਿਪ ਸ਼ਾਰਟ ਰਹਿ ਜਾਏਗਾ। ਜਦੋਂ ਸਮਾਈਲ ਕਰਦੇ ਆ ਨਾ ਵੱਡੇ ਹੋ ਕੇ, ਉਹਨਾਂ ਦੇ ਗਮਸ ਨਜ਼ਰ ਆਉਂਦੇ ਨੇ। ਕਈ ਤੁਸੀਂ ਐਸੇ ਦੇਖੋਗੇ ਜਿਹੜੇ ਹੱਸਦੇ ਨੇ, ਜੇ ਮੈਂ ਹੁਣ ਹੱਸ ਰਿਹਾ ਤੇ ਅੱਧੇ ਕੁ ਦੰਦ ਨਜ਼ਰ ਆਉਣਗੇ, ਤੁਸੀਂ ਸਮਾਈਲ ਕਰ ਰਹੇ ਹੋ। ਕਈਆਂ ਦੇ ਐਸੇ ਪੇਸ਼ੈਂਟ ਹੋਣਗੇ ਜਿਨ੍ਹਾਂ ਦੇ ਪੂਰੇ ਲਿਪ ਹੀ ਸ਼ਾਰਟ ਹੁੰਦਾ, ਪੂਰੀ ਪਿੰਕ ਵੀ ਦਿਖਦਾ। ਉਹ ਦੰਦ ਠੀਕ ਪੋਜੀਸ਼ਨ ਤੇ ਵੀ ਉਹ ਇੱਦਾਂ ਲੱਗਦੇ ਨੇ ਕਿ ਬਹੁਤ ਜ਼ਿਆਦਾ ਉੱਚੇ ਨੇ। ਸੋ ਇਸ ਕੇਸ 'ਚ ਕੀ ਹੁੰਦਾ ਕਿ ਨੱਕ ਉੱਪਰ ਚੱਲ ਜਾਂਦਾ, ਜੌ ਛੋਟੇ ਸਾਈਜ਼ ਦਾ ਰਹਿ ਜਾਂਦਾ। ਸੋ ਇਕੱਲੇ ਦੰਦ ਤੇ ਫਰਕ ਨਹੀਂ ਪੈਂਦਾ। ਬਟ ਲੈਟਸ ਸੇ ਵੱਡਾ ਜਿਹਦੀ ਪੂਰੀ ਗਰੋਥ ਹੋ ਚੁੱਕੀ ਹੈ, 20 ਈਅਰ ਓਲਡ ਜਾਂ 25 ਈਅਰ ਓਲਡ ਮੂੰਹ ਚੋਂ ਸਾਹ ਲੈ ਰਿਹਾ, ਮੂੰਹ ਨਾਲ ਜਦ ਹਵਾ ਅੰਦਰ ਜਾਂਦੀ ਹੈ ਨਾ, ਉਹ ਡਰਾਈ ਕਰਕੇ ਜਾਂਦੀ ਹੈ ਜੀ। ਜਿੱਥੇ ਵੀ ਡਰਾਈਨੈਸ ਮੂੰਹ 'ਚ ਆਏਗੀ, ਤੁਹਾਡੇ ਕੈਵਿਟੀਜ਼ ਜ਼ਿਆਦਾ ਬਣਨਗੀਆਂ, ਤੁਹਾਡੇ ਜਿਹੜੇ ਗਮਸ ਨੇ ਉਹਦਾ ਕਲਰ ਚੇਂਜ ਹੋ ਕੇ ਰੈੱਡ ਤੋਂ ਬਲੈਕਿਸ਼ ਹੋਣਾ ਸ਼ੁਰੂ ਹੋ ਜਾਂਦਾ। ਜਿਸ ਤਰ੍ਹਾਂ ਆਪਾਂ ਦੇਖੀਏ, ਆਪਾਂ ਕੋਈ ਸਕੂਟਰ ਚਲਾਉਂਦਾ, ਸਕੂਟਰ ਦੇ ਇੱਥੇ ਕਈਆਂ ਦੇ ਇੱਥੇ ਉਹ ਚਲਾ ਕੇ ਇੱਥੇ ਥੋੜੀ ਜਿਹੀ ਸਕਿਨ ਕੈਲੋਇਡ ਜਿਹਾ ਬਣ ਜਾਂਦਾ। ਇਸ ਤਰ੍ਹਾਂ ਗਮਸ ਦੇ ਵੀ ਕਲਰ ਚੇਂਜ ਹੋ ਜਾਂਦਾ, ਔਰ ਕੈਵਿਟੀ ਉਹਨਾਂ ਨੂੰ ਜ਼ਿਆਦਾ ਹੋਏਗੀ, ਗਮ ਦੀ ਪ੍ਰੋਬਲਮ ਜ਼ਿਆਦਾ ਹੋ ਸਕਦੀ ਹੈ। ਡਰਾਈ ਮਾਊਥ ਦੇ ਨਾਲ ਕਈ ਵਾਰ ਮੂੰਹ 'ਚ ਅਲਸਰਸ ਵੀ ਜ਼ਿਆਦਾ ਹੋ ਸਕਦੇ। ਓਕੇ ਸਰ, ਪ੍ਰੋਗਰਾਮ ਦੇ ਐਂਡ ਦੇ ਵਿੱਚ ਮੈਂ ਪੁੱਛਣਾ ਚਾਹੂੰਗੀ, ਸਾਡੇ ਵਿਊਅਰਸ ਨੂੰ ਕੋਈ ਸਿਹਤ ਸਲਾਹ ਕੀ ਦੇਣਾ ਚਾਹੋਗੇ? ਸਿਹਤ ਸਲਾਹ ਇਹ ਹੈ ਜੀ ਕਿ ਦੰਦਾਂ ਤੋਂ ਇੰਪੋਰਟੈਂਟ ਤੁਹਾਡੇ ਸਰੀਰ 'ਚ ਕੁਝ ਨਹੀਂ ਹੈਗਾ। ਠੀਕ ਹੈ, ਔਰ ਮੈਂ ਇੱਕ ਪ੍ਰੈਕਟੀਸ਼ਨਰ ਹਾਂ, ਡੈਂਟਿਸਟ ਹਾਂ, 30 ਇਅਰਸ ਹੋ ਗਏ ਨੇ ਮੈਨੂੰ। ਮੈਂ ਅਗਰ ਦੇਖਦਾ ਤਾਂ ਮੇਰੇ ਕੋਲ ਸਾਲ ਤੋਂ ਲੈ ਕੇ ਬੱਚਾ 80 ਇਅਰਸ 85 ਇਅਰਸ ਤੱਕ ਸਾਰੇ ਪੇਸ਼ੈਂਟਸ ਆਉਂਦੇ ਨੇ। ਮੈਂ ਹੱਸ ਕੇ ਕਈ ਵਾਰ ਡਾਕਟਰਸ ਦਾ ਮਜ਼ਾਕ ਕਰਦਾ ਹੁੰਦਾ ਕਿ ਦੇਖੋ ਜੇ ਕੋਈ ਕਾਰਡੀਅਕ ਹੈ, ਤੁਸੀਂ ਇੱਕ ਸਪੈਸੀਫਿਕ ਏਜ ਗਰੁੱਪ ਨੂੰ ਦੇਖੋਗੇ ਆਫਟਰ ਮੇਬੀ 40s 50s 'ਚ ਨੂੰ,
ਕੋਈ ਆਰਥੋਪੈਡਿਸ਼ਨ ਹੈ, ਕਿਸੇ ਦੇ ਜੁਆਇੰਟਸ ਜਾ ਰਹੇ ਹੋ, ਉਹ ਵੀ ਇੱਕ ਸਪੈਸੀਫਿਕ ਏਜ 'ਚ ਜਾ ਕੇ ਜਾ ਰਹੇ ਨੇ। ਇੱਥੇ ਬਚਪਨ ਤੋਂ ਲੈ ਕੇ ਐਂਡ ਤੱਕ ਇੱਕ ਡੈਂਟਲ ਹੈ ਕਿ ਡੈਂਟਿਸਟ ਇੱਕ ਹਰ ਟਾਈਪ ਦੇ ਪੇਸ਼ੈਂਟ ਨੂੰ ਦੇਖਦਾ। ਕਹਿਣ ਦਾ ਭਾਵ ਮੇਰਾ ਇਹ ਹੈ ਕਿ ਬਚਪਨ ਤੋਂ ਲੈ ਕੇ 80-85 ਸਾਲ ਤੱਕ ਤੁਹਾਡੇ ਦੰਦ ਤੁਹਾਡਾ ਸਾਥ ਦੇ ਸਕਦੇ ਹੈ। ਗੋਡਾ ਜਵਾਬ ਦੇ ਸਕਦਾ ਹੈ, ਹਾਰਟ ਜਵਾਬ ਦੇ ਸਕਦਾ ਹੈ, ਕੋਈ ਹੋਰ ਆਰਗਨ ਦੇ ਸਕਦਾ ਹੈ। ਇਹਦੇ ਵਿੱਚ ਕੇਅਰ ਤੁਸੀਂ ਕਰਨੀ ਹੈ। ਅਗਰ ਕੇਅਰ ਨਹੀਂ ਕਰੋਗੇ ਤਾਂ ਬਹੁਤ ਜਲਦੀ ਦੰਦ ਨਿਕਲ ਜਾਣਗੇ। ਕੇਅਰ ਕਰੋਗੇ, ਅਗਰ ਕਿਸੇ ਦੇ ਘਰ ਦੇ ਵਿੱਚ ਬਜ਼ੁਰਗ ਅੱਜ ਵੀ ਹੈਗੇ ਨੇ, ਅਗਰ ਦੇਖੋਗੇ ਉਹਨਾਂ ਦੇ ਦੰਦ ਅੱਜ ਵੀ ਮਜ਼ਬੂਤ ਹੋਣਗੇ, ਔਰ ਫੈਮਿਲੀ ਦੇਖੋਗੇ ਤੁਹਾਡੇ ਪੇਰੈਂਟਸ ਦੇ ਤੁਹਾਡੇ ਤੋਂ ਮਜ਼ਬੂਤ ਹੋਣਗੇ। ਸੋ ਕਾਫੀ ਫਰਕ ਪੈ ਰਿਹਾ ਹੈ। ਇੱਕ ਆਪਾਂ ਬਹੁਤ ਕਾਹਲੀ 'ਚ ਹੈ, ਆਪਾਂ ਧਿਆਨ ਰੱਖਦੇ ਨਹੀਂ ਹੈ, ਆਪਣੇ ਬਰਸ਼ਿੰਗ ਪ੍ਰੋਪਰ ਨਹੀਂ ਕਰਦੇ, ਰਾਤ ਨੂੰ ਪ੍ਰੋਪਰ ਨਹੀਂ ਕਰਦੇ। ਡਾਈਟ 'ਚ ਸਾਡੇ ਬਹੁਤ ਫਰਕ ਆ ਗਿਆ। ਸਾਡੇ ਜਿਹੜੇ ਬਜ਼ੁਰਗ ਸੀਗੇ, ਪੇਰੈਂਟਸ ਸੀਗੇ, ਉਹ ਥੋੜ੍ਹੀਆਂ ਫਾਈਬਰਸ ਚੀਜ਼ਾਂ ਖਾਂਦੇ ਸੀਗੇ। ਪਰੌਂਠੀ ਖਾਣੀ ਸਵੇਰੇ, ਆਪਾਂ ਚਿਪਸ ਤੇ ਬ੍ਰੈਡ ਨਾਲ ਸ਼ੁਰੂ ਕਰਨਾ, ਉਹ ਚੀਜ਼ਾਂ ਸਾਰੀਆਂ ਸਟਿੱਕੀ ਹੈ। ਸੋ ਮੇਰਾ ਐਡਵਾਈਸ ਇਹ ਹੈ ਕਿ ਵੀ ਡਾਈਟ ਆਪਣੀ ਫਾਈਬਰਸ ਜ਼ਰੂਰ ਰੱਖੋ। ਬਰਸ਼ਿੰਗ ਸਵੇਰੇ ਤੇ ਰਾਤ ਤੋਂ ਸੌਣ ਤੋਂ ਪਹਿਲੇ ਜ਼ਰੂਰ ਕਰਨੀ ਹੈ। ਫਲੋਸਿੰਗ ਦੀ ਹੈਬਿਟ ਪਾਓ। ਜਿਸ ਤਰ੍ਹਾਂ ਤੁਸੀਂ ਮੈਡਮ ਨੇ ਕਿਹਾ, ਮਿੱਠਾ ਖਾਂਦੇ ਹੋ, ਮਿੱਠਾ ਖਾਣ ਦੇ ਬਾਅਦ ਰਿੰਸ ਕਰੋ। ਕੁਝ ਵੀ ਖਾਂਦੇ ਹੋ, ਖਾਣ ਦੇ ਬਾਅਦ ਰਿੰਸ ਕਰੋ। ਜਿਹੜੀਆਂ ਸੌਫਟ ਡਰਿੰਕਸ ਹੈ ਕੰਟਰੋਲ 'ਚ ਪੀਓ, ਬਹੁਤ ਜ਼ਿਆਦਾ ਨਾ ਪੀਓ, ਬਿਕੋਜ਼ ਉਹ ਦੰਦਾਂ ਨੂੰ ਉਹ ਵੀ ਨੁਕਸਾਨ ਕਰਦੀਆਂ ਹੈਗੀਆਂ। ਔਰ ਕੋਈ ਵੀ ਛੋਟੀ ਪ੍ਰੋਬਲਮ ਆਉਂਦੀ ਹੈ, ਚਾਹੇ ਉਹ ਠੰਡਾ ਲੱਗਣਾ ਹੋਵੇ, ਚਾਹੇ ਮੂੰਹ 'ਚੋਂ ਬਦਬੂ ਆਉਣੀ ਸ਼ੁਰੂ ਹੋਵੇ, ਜਾਂ ਮੂੰਹ 'ਚੋਂ ਬਲੀਡਿੰਗ ਹੋਵੇ, ਜਾਂ ਪੇਨ ਹੋਵੇ, ਆਪਣੇ ਨਜ਼ਦੀਕ ਦੇ ਜਿਹੜੇ ਡੈਂਟਿਸਟ ਨੇ ਉਹਨਾਂ ਕੋਲ ਜਾ ਕੇ ਉਹਨੂੰ ਟਾਈਮਲੀ ਟਰੀਟ ਕਰਾਓ। ਰੱਬ ਨੇ ਆਪਾਂ ਨੂੰ ਬਹੁਤ ਅੱਛੇ 32 ਦੰਦ ਦਿੱਤੇ ਨੇ, ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਆਪਾਂ ਉਹ 'ਚੋਂ 1-2 ਲੂਜ਼ ਕਰ ਲਈਏ। ਆਪਣਾ ਏਮ ਹੋਣਾ ਚਾਹੀਦਾ ਕਿ ਐਂਡ ਤੱਕ ਆਪਾਂ 32 ਦੇ 32 ਰੱਖੀਏ, ਔਰ ਬਿਲੀਵ ਮੀ ਸਾਥ ਦੇਣਗੇ, ਸਭ ਚੀਜ਼ ਖਾ ਸਕਦੇ ਹੋ। ਉਸ ਇਨਸਾਨ ਨੂੰ ਪੁੱਛੋ ਜਿਹੜੇ ਦੰਦ ਲੂਜ਼ ਕਰ ਦਿੰਦੇ ਨੇ। ਪੰਜਾਬੀ ਦੀ ਕਹਾਵਤ ਹੈ, ਦੰਦ ਗਿਆ ਸਵਾਦ ਗਿਆ। ਜਦ ਉਹ ਚਲੇ ਜਾਂਦੇ ਨੇ, ਫਿਰ ਇੱਕ ਡੈਂਟਿਸਟ ਤੁਹਾਨੂੰ ਡੈਫੀਨਿਟਲੀ ਦੇ ਸਕਦਾ, ਰੱਬ ਦਾ ਮੁਕਾਬਲਾ ਨਹੀਂ ਕਰ ਸਕਦਾ। ਇਟ ਵਿਲ ਆਲਵੇਜ਼ ਬੀ ਅ ਕੰਪਰੋਮਾਈਜ਼ ਐਜ਼ ਕੰਪੇਅਰ ਟੂ ਯਰ ਓਰੀਜਨਲਿਟੀ। ਸਰ ਬਹੁਤ ਸ਼ੁਕਰੀਆ ਤੁਹਾਡੀ ਇਹ ਸਾਰੀ ਜਾਣਕਾਰੀ ਲਈ। ਸੋ ਬਿਲਕੁਲ ਜਿੱਦਾਂ ਕਿ ਤੁਸੀਂ ਸੁਣਿਆ, ਡਾਕਟਰ ਸਰ ਨੇ ਇਹੀ ਕਿਹਾ ਕਿ ਦੰਦ ਗਏ ਤਾਂ ਸਵਾਦ ਗਿਆ, ਤੇ ਬਹੁਤ ਜ਼ਰੂਰੀ ਹੈ। ਉਹਨਾਂ ਨੇ ਇਹੀ ਸਲਾਹ ਦਿੱਤੀ ਹੈ ਕਿ ਦਿਨ ਵਿੱਚ 2 ਟਾਈਮ ਬ੍ਰਸ਼ ਜ਼ਰੂਰ ਕਰੋ, ਤੇ ਡੈਂਟਲ ਹੈਲਥ ਨੂੰ ਵਧੀਆ ਰੱਖਣ ਦੇ ਲਈ ਬੇहद ਜ਼ਰੂਰੀ ਹੈ ਕਿ ਟਾਈਮਲੀ ਆਪਣੇ ਡੈਂਟਿਸਟ ਨੂੰ ਕੰਸਲਟ ਕਰੋ। ਇਨ ਐਨੀ ਕੇਸ ਸਾਨੂੰ ਕੋਈ ਵੀ ਇੰਡੀਕੇਸ਼ਨ ਜਾਂ ਸੈਂਸਿਟੀਵਿਟੀ ਮਹਿਸੂਸ ਹੁੰਦੀ ਹੈ, ਕਿਉਂਕਿ ਦੰਦ ਇਹੋ ਜਿਹੀ ਚੀਜ਼ ਹੈ, ਟੀਥ ਇਹੋ ਜਿਹੀ ਚੀਜ਼ ਨੇ ਕਿ ਜਿੰਨਾ ਇਸ ਤੁਸੀਂ ਕੇਅਰ ਰੱਖੋਗੇ ਉਨਾ ਹੀ ਇਹ ਲਾਸਟ ਲੌਂਗ ਕਰਨਗੇ। ਨੈਕਸਟ ਟਾਈਮ ਫਿਰ ਇੱਕ ਹੈਲਥ ਟੌਪਿਕ ਦੇ ਨਾਲ ਮੌਜੂਦ ਹੋਵਾਂਗੇ, ਤੁਹਾਡੇ ਤੱਕ ਐਕਸਪਰਟਸ ਦੀ ਰਾਏ ਪਹੁੰਚਾਵਾਂਗੇ। ਫਿਲਹਾਲ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।